The narcotic and psychotropic drugs, substances, Act and Rules 1985. This is the next chapter of subject pharmaceutical jurisprudence. Under the introduction, coca, opium, and hemp are excellent drugs, but are habit forming, and such as their continuous use is dangerous from the social point of view. ਠੀਕ ਹੈ। ਜਿਹੜੇ ਡਰੱਗਸ ਨੇ ਕੋਕਾ, ਓਪੀਅਮ ਅਤੇ ਹੈਪੀਅਮ, ਇਹਨਾਂ ਦੀ ਆਦਤ ਪੈ ਜਾਂਦੀ ਹੈ, ਹੈਬਿਟ ਫਾਰਮਿੰਗ ਨੇ, ਇਸ ਕਰਕੇ ਇਹਨਾਂ ਨੂੰ ਬੜੇ ਧਿਆਨ ਨਾਲ ਯੂਜ਼ ਕਰਨਾ ਚਾਹੀਦਾ ਹੈ। ਚਾਈਨੀਜ਼ ਹੈਵ ਐਨ ਆਲਮੋਸਟ ਅਨਬ੍ਰੋਕਨ ਰਿਕਾਰਡ ਆਫ ਅਡਿਕਸ਼ਨ ਟੂ ਓਪੀਅਮ ਐਜ਼ ਫਾਰ ਐਜ਼ ਦਾ ਸੈਂਚਰੀ ਕੈਨ ਗੋ। ਜਿੰਨਾ ਵੀ ਆਪਾਂ ਸਦੀਆਂ ਦੇ ਪਿੱਛੇ ਚਲੇ ਜਾਈਏ, ਚਾਈਨੀਜ਼ ਦਾ ਅਨਬ੍ਰੋਕਨ ਰਿਕਾਰਡ ਆ ਓਪੀਅਮ ਖਾਣ ਦਾ। ਓਪੀਅਮ ਦੇ ਐਡਿਕਟ ਹੁੰਦੇ ਨੇ ਉਹ। People of Latin America countries were known to indulge in chewing coca leaves as early as 15th century। 15 ਸੈਂਚਰੀ ਤੋਂ ਨੇੜੇ ਤੇੜੇ ਜਿਹੜੇ ਲੈਟਿਨ ਅਮਰੀਕਨ ਕੰਟਰੀ ਸੀ, ਉਹ ਕੋਕਾ ਲੀਫ ਦੇ ਪੱਤੇ ਚੱਬਦੇ ਜਾਂਦੇ ਸੀ ਜਦੋਂ ਉਹ ਮਜ਼ਦੂਰੀ ਕਰਨ ਜਾਂਦੇ ਸੀ। ਡੂਰਿੰਗ ਟਾਈਮਸ ਆਫ ਲੈਬੋਰੀਅਸ ਮਾਰਚਸ, ਜਦੋਂ ਵੀ ਉਹ ਮਜ਼ਦੂਰੀ ਕਰਨ ਜਾਂਦੇ ਸੀ ਪਹਾੜੀਆਂ 'ਚ, ਤਾਂ ਜਾਂਦੇ ਜਾਂਦੇ ਪੱਤੇ ਖਾਂਦੇ ਜਾਂਦੇ ਸੀ ਅਤੇ ਉਹ ਸੋਚਦੇ ਸੀ ਤਾਂ ਕਿ ਉਹ ਰਿਫਰੈਸ਼ ਹੋ ਸਕਦਾ ਅਤੇ ਉਹਨਾਂ 'ਚ ਜੋਸ਼ ਆ ਜੇ। ਇਨਵੈਗੋਰੇਟਡ, ਰਿਫਰੈਸ਼ਡ ਐਂਡ ਇਨਵੈਗੋਰੇਟਡ। ਹੈਂਪ ਹੈਜ਼ ਬੀਨ ਵਾਈਡਲੀ ਯੂਜ਼ਡ ਇਨ ਏਸ਼ੀਆ ਐਂਡ ਅਫਰੀਕਾ ਫਾਰ ਸਮੋਕਿੰਗ ਐਂਡ ਡਰਿੰਕਿੰਗ ਪਰਪਸਿਸ ਅਤੇ ਐਂਡ ਇਨ ਫੈਕਟ ਮੈਨਸ਼ਨਡ ਇਨ ਦਾ ਮਿਥੋਲੋਜੀ ਟੂ ਬੀ ਫੇਵਰਟ ਡਰਿੰਕ ਆਫ ਲਾਰਡ ਸ਼ਿਵਾ। ਤਾਂ ਜਿਹੜੀ ਇਹ ਭੰਗ ਸੀਗੀ, ਇਹ ਏਸ਼ੀਆ ਅਤੇ ਅਫਰੀਕਾ ਦੇ ਕੰਟਰੀ 'ਚ, ਜਿਵੇਂ ਆਪਣੀ ਕੰਟਰੀ 'ਚ ਯੂਜ਼ ਕਰਦੇ ਆ ਲੋਕ। ਇੱਥੋਂ ਤੱਕ ਇਹਨੂੰ ਯੂਜ਼ ਕਰਨ ਵਾਸਤੇ ਇਹਨਾਂ ਨੇ ਇਹ ਵੀ ਕਹਿ ਦਿੱਤਾ ਕਿ ਇਹ ਲਾਰਡ ਸ਼ਿਵਾ ਦੀ ਬਹੁਤ ਫੇਵਰਟ ਡਰਿੰਕ ਸੀ। ਲਾਰਡ ਸ਼ਿਵਾ ਨੇ ਚਾਹੇ ਨਾ ਪੀਤੀ ਹੋਵੇ ਕਦੇ, ਪਰ ਉਹਦਾ ਨਾਂ ਲੈ ਕੇ ਇਹ ਇਸ ਨੂੰ ਵਰਤਦੇ ਰਹੇ। ਵਾਈਲ ਏ ਮੋਡਰੇਟ ਯੂਜ਼ ਆਫ ਹੈਂਪ ਇਜ਼ ਨਾਟ ਡੇਂਜਰਸ। ਆਮ ਤੌਰ 'ਤੇ ਜਿਹੜਾ ਮੋਡਰੇਟ ਯੂਜ਼ ਹੁੰਦਾ ਉਹ ਡੇਂਜਰਸ ਨਹੀਂ ਹੁੰਦਾ। ਇਟ ਵਾਜ਼ ਇਨ conformity with the Geneva Convention that Dangerous Drugs Act 1930 was passed by the Indian legislature। ਠੀਕ ਹੈ, ਇਹ ਜੇਵਾ ਕਨਵੈਨਸ਼ਨ ਦੀ ਸੰਧੀ ਹੋਈ ਸੀ ਡੇਂਜਰਸ ਡਰੱਗ ਬਾਰੇ, ਅਤੇ 1930 ਦੇ ਵਿੱਚ ਇਹ ਐਕਟ ਨੂੰ ਪਾਸ ਕੀਤਾ ਗਿਆ ਸੀ ਐਜ਼ ਡੇਂਜਰਸ ਡਰੱਗਸ ਐਕਟ, ਇੰਡੀਅਨ ਲੈਜਿਸਲੇਟਿਵ ਦੁਆਰਾ। ਕਿਸੇ The dual objects of centralizing and visiting in the Government of India the control over operations relating to the dangerous drugs, but in spite of these laws, use added drugs has been increased throughout the world। ਚਾਹੇ ਆਪਾਂ ਕਿੰਨੇ ਹੀ ਇਸ ਬਾਰੇ ਕਾਨੂੰਨ ਬਣਾਏ, ਲਾ ਬਣਾਏ, ਰੂਲ ਬਣਾਏ, ਪਰ ਇਹਨਾਂ ਦਾ ਜਿਹੜਾ ਯੂਜ਼ ਸੀ ਉਹ ਵੱਧਦਾ ਹੀ ਜਾ ਰਿਹਾ ਹੈ, ਵੱਧਦਾ ਹੀ ਜਾ ਰਿਹਾ ਹੈ। This act has been repealed by the Opium Act 1857 and 1878 ਅਤੇ ਡੇਂਜਰਸ ਡਰੱਗ 1930 the Act over the ਫੋਲੋਇੰਗ ਮਟੀਰੀਅਲਸ। ਅਤੇ ਇਹ ਜਿਹੜਾ ਐਕਟ ਸੀ ਪਹਿਲਾਂ 1857 'ਚ ਬਣਿਆ ਸੀ, ਫਿਰ 1878 'ਚ। ਇਹਨਾਂ ਦੋਹਾਂ ਨੂੰ ਰਿਪਿਲ ਕਰਕੇ, ਤੋੜ ਕੇ ਇਹ ਨਵਾਂ 1985 ਦਾ ਐਕਟ ਬਣਾਇਆ। ਇਹ 'ਚ ਪਹਿਲੀ ਡਰੱਗ ਹੈ ਕੈਨਾਬਿਸ। ਇਸ ਨੂੰ ਆਪਾਂ ਹੈਂਪ ਵੀ ਕਹਿੰਦੇ ਹਾਂ, ਭੰਗ ਵੀ ਕਹਿੰਦੇ ਹਾਂ। ਇਹਦਾ ਜਿਹੜਾ ਰੈਜ਼ਨ ਚਰਸ ਹੈ, ਇਨ ਕਰੂਡ ਔਰ ਪਿਓਰੀਫਾਈਡ ਸਟੇਟ ਓਬਟੇਨਡ ਫਰਾਮ ਦਾ ਕੈਨਾਬਿਸ ਪਲਾਂਟ including contraband preparations। ਚਰਸ ਆ, ਰੈਜ਼ਨ ਆ, ਅਤੇ ਨਾਲ ਇਹਦੇ ਹੋਰ ਕੰਟਰਾਬੈਂਡ ਪ੍ਰੈਪਰੇਸ਼ਨਸ ਨੇ। ਉਹਨਾਂ ਸਾਰਿਆਂ ਨੂੰ ਆਪਾਂ ਰੈਜ਼ਨ ਹੈਗਾ ਇੱਕ ਨਾਲ, ਜਿਸ ਨੂੰ ਆਪਾਂ ਹਸ਼ੀਸ਼ ਆਇਲ ਕਹਿੰਦੇ ਹਾਂ, ਔਰ ਲਿਕੁਇਡ ਹਸ਼ੀਸ਼ ਵੀ ਕਹਿੰਦੇ ਆ। ਤਰ੍ਹਾਂ ਤਰ੍ਹਾਂ ਦੇ ਲੋਕਾਂ ਨੇ ਇਸ ਨੂੰ ਨਾਂ ਦਿੱਤੇ ਹੋਏ ਨੇ।
तरह तरह के साइंटिस्टां ने नाम दिते हुए ने, ते सारे नशे वास्ते यूज़ करते लोग चरस नूं। चरस ते एक फिल्म का नाम भी चरस रखा होया, जिस ते इस वारी समगलिंग दिखाई है नशा करन दी। उस तो बाद गांजा है। गांजे का मतलब की हुंदा, जिहड़ा फ्लावरिंग हुंदे ने उपरले फुੱਲ, फ्रूटिंग टॉप्स ऑफ कैनाबिस प्लांट बाय वट एवर नेम दे आर नो। होर भी कोई नाम लोग ये लैंदे ने। तो जां कोई मिक्सचर विद और विदाउट न्यूट्रल मटीरियल, यानी कि उहदे विच न्यूट्रल मटीरियल का मतलब आपां उहदे च मिक्सचर बनाउण वास्ते पानी च भी बना सकते हैं जिहड़ा कि न्यूट्रल हुंदा, वाटर यानी कि मिल्क च भी बना सकते हैं जिहड़ा कि न्यूट्रल हुंदा। इस तरह की ड्रिंक बना के जिस तरह लोग पींदे ने, ते खास करके शिवरात्रि के दिन। Note cannabis plant means any part belonging to the genus cannabis। कैनाबिस प्लांट का मतलब कोई भी पार्ट प्लांट का जिहड़ा इस जीनस में बिलोंग करता है। दूसरा है कोका लीफ। कोका लीफ मीनिंग लीव्स ऑफ एनी प्लांट ऑफ जीनस Rithroxylon, from which all cocaine, aconiin and other aconiin alkaloids have been removed, or any mixture with or without any neutral material, excepting preparations containing not more than 0.1% of cocaine। ਤਾਂ ਕੋਕਾ ਲੀਫ ਆਪਾਂ ਉਹਨੂੰ ਕਹਾਂਗੇ ਜਿਹਦੇ ਵਿੱਚੋਂ ਇਹ ਐਲਕੋਲਾਇਡ ਕੱਢੇ ਜਾ ਸਕਦੇ ਨੇ, ਜਦੋਂ ਕਿ ਉਹਦੇ 'ਚ ਪ੍ਰੈਜੈਂਟ ਆ ਕੋਕੀਨ, ਐਕਗੋਨੀਨ ਅਤੇ ਹੋਰ ਐਲਕੋਲਾਇਡਸ, ਜਾਂ ਕਿਸੇ ਵੀ ਪ੍ਰੈਪਰੇਸ਼ਨ ਨੂੰ ਆਪਾਂ ਕਹਿ ਸਕਦੇ ਹਾਂ ਜਿਹਦੇ 'ਚ 0.1% ਤੋਂ ਜ਼ਿਆਦਾ ਕੋਕੇਨ ਹੋਵੇ, ਆਪਾਂ ਉਸ ਨੂੰ ਕਹਾਂਗੇ ਕੋਕਾ ਲੀਫ ਦਾ ਉਹ ਤੋਂ ਬਣਿਆ ਹੋਇਆ। ਨੰਬਰ 3 ਹੈ ਓਪੀਅਮ। ਓਪੀਅਮ ਫੀਮ ਨੂੰ ਕਹਿੰਦੇ ਨੇ, ਮੀਨਿੰਗ ਕੋਆਗੂਲੇਟਡ ਜੂਸ ਹੁੰਦਾ ਉਹ ਓਪੀਅਮ ਦਾ, ਜਿਸ ਨੂੰ ਕਿ ਪੋਪੀ ਵੀ ਕਹਿੰਦੇ ਨੇ, ਅਤੇ ਇਹਦਾ ਟੈਕਨੀਕਲ ਨਾਂ ਹੈ ਬਾਇਓਲੋਜੀਕਲ ਪੈਪਾਵਰਮ ਸੋਮਨੀਫੈਰਮ ਔਰ ਐਨੀ ਅਦਰ ਸਪੈਸ਼ਲ ਔਰ ਅਦਰ ਸਪੀਸੀਜ਼ ਆਫ ਪੈਪਾਵਰਮ। ਜਦ ਪੈਪਾਵਰਮ ਨਾਂ ਦਾ ਕੋਈ ਹੋਰ ਸਪੀਸੀ ਵੀ ਹੋ ਸਕਦਾ ਸੋਮਨੀਫੈਰਮ ਦੀ ਜਗ੍ਹਾ 'ਤੇ। ਤਾਂ ਇਸ ਤਰ੍ਹਾਂ ਨਾਲ ਔਰ ਐਨੀ ਮਿਕਸਚਰ ਆਫ ਕੋਆਗੂਲੇਟਡ ਓਪੀਅਮ, ਜਾਂ ਆਪਾਂ ਕੋਈ ਜਮਾ ਦੀਏ ਮਿਕਸਚਰ ਨੂੰ ਕੋਆਗੂਲੇਟ ਕਰ ਦਈਏ ਵਿਦ ਪੋਪੀ, with or without natural materials containing more than 0.2% morphine। ਅਤੇ ਚੌਥਾ ਜਿਹੜਾ ਹੈ, ਮਤਲਬ ਓਪੀਅਮ ਦੇ ਵਿੱਚ ਕੋਈ ਵੀ ਤਰ੍ਹਾਂ ਦਾ ਮਿਕਸਚਰ ਆਪਾਂ ਬਣਾਈਏ ਉਹਦੇ 'ਚ 0.2% ਤੋਂ ਜ਼ਿਆਦਾ ਹੋਣੀ ਚਾਹੀਦੀ ਮੋਰਫੀਨ, ਫਿਰ ਆਪਾਂ ਉਹਨੂੰ ਓਪੀਅਮ ਦਾ ਨਾਂ ਦੇਵਾਂਗੇ। ਜਿਵੇਂ ਓਪੀਅਮ ਸਟਰਾ ਹੈ, ਜਿਵੇਂ ਇਸ ਦੇ ਪਲਾਂਟ ਦੇ ਡੱਕੇ ਡੌਲੇ ਹੁੰਦੇ ਆ, ਸਟਰਾ ਡੱਕੇ ਨੂੰ ਕਹਿੰਦੇ ਆ। ਇਟਸ ਕੰਸਿਸਟਸ ਆਫ ਆਲ ਪਾਰਟਸ ਐਕਸੈਪਟ ਸੀਡਸ ਆਫ ਦਾ ਓਪੀਅਮ ਪੋਪੀ ਆਫਟਰ ਹਾਰਵੈਸਟਿੰਗ। ਠੀਕ ਆ, ਫਸਲ ਵੱਢਣ ਤੋਂ ਬਾਅਦ ਡੱਕੇ ਡੌਲੇ 100 ਤਰ੍ਹਾਂ ਦੇ ਬਣ ਜਾਂਦੇ ਆ, ਅਤੇ ਉਹ ਸਾਰਿਆਂ ਦੇ ਵਿੱਚ ਓਪੀਅਮ ਹੁੰਦਾ, ਚਾਹੇ ਉਹ ਓਰੀਜਨਲ ਫਾਰਮ 'ਚ ਹੋਣ, ਚਾਹੇ ਉਹਨਾਂ ਨੂੰ ਕੱਟ ਔਰ ਕ੍ਰਸ਼ ਕੀਤੇ ਪਾਊਡਰ ਕਰੀਏ, ਚਾਹੇ ਵੈਦਰ ਔਰ ਨਾਟ ਦਾ ਜੂਸ ਹੈਵ ਬਿਨ ਪ੍ਰੀਪੇਅਰਡ ਫਰੋਮ ਦੈਮ, ਚਾਹੇ ਉਹਨਾਂ ਤੋਂ ਕੋਈ ਜੂਸ ਆਪਾਂ ਬਣਾਈਏ। ਮਤਲਬ ਉਹੀ ਆ ਕਿ ਉਹਦੇ 'ਚ 0.1% ਤੋਂ ਜ਼ਿਆਦਾ ਮੋਰਫਿਨ ਹੋਣਾ ਚਾਹੀਦਾ। ਇਸੇ ਤਰ੍ਹਾਂ ਕੋਕਾ ਡੈਰੀਵੇਟਿਵਸ ਨੇ, ਮੀਨਿੰਗ ਕੀ ਆ, ਕੋਕਾ ਡੈਰੀਵੇਟਿਵਸ that is an extract of coca leaf which can be used for cocaine manufacture। यानी कि कोकेन मैਨੂਫੈਕਚਰ वास्ते ਆਪਾਂ ਤਾਂ ਹੀ ਯੂਜ਼ ਕਰਾਂਗੇ ਜੇ ਉਹਦੇ 'ਚ ਕੋਕੇਨ ਹੋਊਗੀ। ਐਕੋਗਨੀਨ ਐਂਡ ਇਟਸ ਡੈਰੀਵੇਟਿਵਸ ਫਰੋਮ ਵਿਚ ਇਟ ਕੈਨ ਬੀ ਰਿਕਵਰਡ, ਜਿਸ ਤੋਂ ਇਸ ਨੂੰ ਆਪਾਂ ਪ੍ਰਾਪਤ ਕਰ ਸਕਦੇ ਹਾਂ, ਰਿਕਵਰ ਕਰ ਸਕਦੇ ਹਾਂ। ਐਕੋਗਨੀਨ, ਕੋਕੇਨ ਐਂਡ ਦੈਟ ਇਜ਼ ਮਿਥਾਈਲ ਐਸਟਰ ਆਫ ਬੰਜਾਇਲ ਐਕੋਗਨੀਨ ਐਂਡ ਆਲ ਇਟਸ ਸਾਲਟਸ। ਠੀਕ ਹੈ, ਬੰਜਾਇਲ ਐਕੋਨੀਨ ਜਿਹੜੀ ਐਸਟਰ ਬਣ ਜਾਂਦੀ ਹੈ ਕੋਕੇਨ ਦੀ, ਅਤੇ ਹੋਰ ਪ੍ਰੈਪਰੇਸ਼ਨਸ ਕੰਟੇਨਿੰਗ ਮੋਰ ਦੈਨ 0.1% ਕੋਕੇਨ। ਉਸੇ ਤਰ੍ਹਾਂ ਮਤਲਬ ਤਾਂ ਪਰਸੈਂਟੇਜ ਦਾ ਆ ਜਾਂਦਾ ਕਿ 0.1% ਤੋਂ ਜ਼ਿਆਦਾ ਕੋਕੇਨ ਹੋਣੀ ਚਾਹੀਦੀ ਹੈ। ਮੈਡੀਸਨਲ ਕੈਨਾਬਿਸ ਮੀਨਿੰਗ ਐਨੀ ਐਕਸਟਰੈਕਟ। ਮੈਡੀਸਨਲ ਕਦੋਂ ਬਣੂਗੀ, ਜਦੋਂ ਕੋਈ ਐਕਸਟਰੈਕਟ ਜਾਂ ਟਿੰਕਚਰ ਆਪਾਂ ਕੈਨਾਬਿਸ ਦਾ ਬਣਾਉਂਦੇ ਹਾਂ, ਉਦੋਂ ਆਪਾਂ ਉਹਨੂੰ ਆਪਾਂ ਕਹਾਂਗੇ ਇਹ ਮੈਡੀਕਲ ਕੈਨਾਬਿਸ ਹੈ। ਤਾਂ ਉਸ ਤੋਂ ਬਾਅਦ ਉਸੇ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਕਿ ਜਿਹੜੇ ਓਪੀਅਮ ਡੈਰੀਵੇਟਿਵਸ ਨੇ ਉਹ ਕਿਹੜੇ ਕਿਹੜੇ ਹੋ ਸਕਦੇ ਨੇ। ਅਗਲਾ ਪੁਆਇੰਟ ਹੈਗਾ ਕਿ ਓਪੀਅਮ ਡੈਰੀਵੇਟਿਵਸ ਕਿਹੜੇ ਕਿਹੜੇ ਹੋ ਸਕਦੇ ਨੇ। ਜਿਵੇਂ ਮੈਡੀਸਨਲ ਓਪੀਅਮ, ਮੈਡੀਸਨਲ ਓਪੀਅਮ ਵੈਦਰ ਇਨ ਪਾਊਡਰ, ਗ੍ਰੈਨੂਲੇਟਡ ਫਾਰਮ that is opium processed to adopt it for medicinal according with the requirements of IP।
ਮਤਲਬ IP ਦੀ ਰਿਕੁਆਇਰਮੈਂਟ ਦੇ ਹਿਸਾਬ ਨਾਲ ਜੇ ਆਪਾਂ ਮੈਡੀਸਨ ਬਣਾਵਾਂਗੇ ਕੋਈ ਓਪੀਅਮ ਦੀ ਤਾਂ ਉਸ ਨੂੰ ਆਪਾਂ ਮੈਡੀਸਨਲ ਓਪੀਅਮ ਕਹਾਂਗੇ। ਔਰ ਐਨੀ ਅਦਰ ਫਾਰਮਾਕੋਪੀਆ ਵੈਦਰ ਮਿਕਸਡ ਵਿਦ ਨਿਊਟਰਲ ਮਟੀਰੀਅਲਸ ਔਰ ਨਾਟ। ਇੰਡੀਅਨ ਫਾਰਮਾਕੋਪੀਆ ਚਾਹੇ ਹੋਰ ਕਿਸੇ ਕੰਟਰੀ ਦੀ ਫਾਰਮਾਕੋਪੀਆ ਦੇ ਮੁਤਾਬਕ ਆਪਾਂ ਜੇ ਬਣਾਈਏ ਅਤੇ ਉਹਦੇ ਵਿੱਚ ਆਪਾਂ ਉਹਨੂੰ ਪੀਣ ਲਈ, ਸੌਖਾ ਪੀਣ ਲਈ, ਖਾਣ ਲਈ ਐਜ ਏ ਮੈਡੀਸਨ ਨਿਊਟਰਲ ਮਟੀਰੀਅਲ ਮਿਲਾ ਸਕਦੇ ਹਾਂ। ਨੰਬਰ 2 ਹੈ ਪ੍ਰੀਪੇਅਰਡ ਓਪੀਅਮ, ਮੀਨਿੰਗ ਓਪੀਅਮ ਮੈਨੂਪੂਲੇਟਡ ਟੂ ਮੇਕ ਇਟ ਸੁਇਟੇਬਲ ਫਾਰ ਸਮੋਕਿੰਗ। ਪ੍ਰੀਪੇਅਰਡ ਓਪੀਅਮ ਨੂੰ ਆਪਾਂ ਪ੍ਰੀਪੇਅਰ ਕਰਦੇ ਹਾਂ ਤਾਂ ਕਿ ਆਪਾਂ ਇਸ ਨੂੰ ਸਮੋਕ ਕਰ ਸਕੀਏ। ਉਹਨੂੰ ਕਈ ਲੋਕ ਉਸ ਨੂੰ ਸਿਗਰਟ 'ਚ ਜਾਂ ਹੁੱਕੇ ਦੇ ਵਿੱਚ ਪਾ ਕੇ ਸਮੋਕ ਕਰਦੇ ਆ ਅਤੇ ਉਹ ਉਸ ਦਾ ਇੱਕ ਡਰੌਸ ਬਣਾਉਂਦੇ ਆ ਜਾਂ ਰੈਜ਼ੀਡਿਊ ਬਣਾਉਂਦੇ ਆ ਲੈਫਟ ਆਫਟਰ ਇਟ ਇਜ਼ ਸਮੋਕਡ। ਸਮੋਕ ਕਰਨ ਤੋਂ ਬਾਅਦ ਵੀ ਜਿਹੜਾ ਉਹਦਾ ਐਸ਼ ਬਣ ਜਾਂਦੀ ਆ ਉਸ ਨੂੰ ਵੀ ਦੁਬਾਰਾ ਸਮੋਕ ਕਰਦੇ ਆ। ਉਹਦੇ 'ਚ ਵੀ ਕੁਛ ਕੁਆਂਟਿਟੀ ਜਿਹੜੀ ਆ ਮੋਰਫੀਨ ਦੀ ਰਹਿ ਜਾਂਦੀ ਹੈ, ਕੋਡੀਨ ਦੀ। ਤੀਸਰਾ ਪੁਆਇੰਟ ਹੈ ਮੋਰਫੀਨ, ਕੋਡੀਨ, ਥੀਵੀਨ ਐਂਡ ਆਲ ਦੇਅਰ ਸਾਲਟਸ। ਕੋਈ ਵੀ ਹੋਵੇ ਇਹ ਆਪਾਂ ਮੈਡੀਸਨਲ ਓਪੀਅਮ ਦੀ ਤਰ੍ਹਾਂ ਬਣਾ ਸਕਦੇ ਹਾਂ IP ਦੀ ਤਰ੍ਹਾਂ। IP ਤੋਂ ਡਾਇਐਸਟਾਈਲ ਮੋਰਫੀਨ ਨੋਨ ਐਜ਼ ਡਾਇਆਮੋਰਫੀਨ, ਜਾਂ ਇਸ ਨੂੰ ਹੀਰੋਇਨ ਦੇ ਨਾਮ ਵੀ ਦਿੱਤਾ ਕਈਆਂ ਨੇ। ਖਾਣ ਪੀਣ ਤੋਂ ਬਾਅਦ ਇਹਦੇ ਸਾਲਟਸ ਨੂੰ ਦੇਖਿਆ ਵੀ ਬੜਾ ਵਧੀਆ ਚੀਜ਼ ਆ ਅਤੇ ਹੀਰੋਇਨ ਕਹਿੰਦੇ। ਪ੍ਰੈਪਰੇਸ਼ਨਸ ਕੰਟੇਨਿੰਗ ਮੋਰ ਦੈਨ 0.2% ਆਫ ਮੋਰਫੀਨ ਐਨੀ ਅਮਾਊਂਟ ਆਫ ਡਾਇਐਸਟਾਈਲ ਮੋਰਫੀਨ। ਜਿਸ ਤਰ੍ਹਾਂ ਮੋਰਫੀਨ ਦੀ ਤਾਂ ਇੱਕ ਲਿਮਿਟ ਸੀ ਕਿ 0.2% ਹੋਣਾ ਚਾਹੀਦਾ, ਪਰ ਡਾਇਐਸਟਾਈਲ ਮੋਰਫੀਨ ਦੀ ਕੋਈ ਲਿਮਿਟ ਨਹੀਂ। ਕੋਈ ਮਾਤਰਾ 'ਚ ਵੀ ਹੋਵੇ, ਮਾੜੀ ਜਿਹੀ ਵੀ ਹੋਵੇ ਚਾਹੇ, ਤਾਂ ਜਿਹੜੀ ਆ ਉਹ ਮੈਡੀਸਨਲ ਓਪੀਅਮ ਕਹਾਊਗੀ। ਇਸੇ ਤਰ੍ਹਾਂ ਸਾਈਕੋਟ੍ਰੋਪਿਕ ਸਬਸਟਾਂਸਿਸ, ਮੀਨਿੰਗ ਐਨੀ ਸਬਸਟਾਂਸ ਨੈਚੁਰਲ ਔਰ ਸਿੰਥੈਟਿਕ ਇਨਕਲੂਡਡ ਇਨ ਦ ਲਿਸਟ ਆਫ ਸਾਈਕੋਟ੍ਰੋਪਿਕ ਸਬਸਟਾਂਸਿਸ। ਕੋਈ ਵੀ ਸਬਸਟਾਂਸਿਸ ਐਕਟ ਨੇ ਇੱਕ ਲਿਸਟ ਬਣਾਈ ਆ ਕਿ ਇਹ ਸਾਈਕੋਟ੍ਰੋਪਿਕ ਸਬਸਟਾਂਸ ਆ ਅਤੇ ਉਸ ਲਿਸਟ ਦੇ ਮੁਤਾਬਕ ਉਹ ਸਾਰੇ ਸਬਸਟਾਂਸ ਸਾਈਕੋਟ੍ਰੋਪਿਕ ਕਹਾਉਂਦੇ ਨੇ। ਇਸੇ ਤਰ੍ਹਾਂ ਸੈਂਟਰਲ ਗੌਰਮੈਂਟ ਇਜ਼ ਹਾਊਐਵਰ ਅਥੋਰਾਈਜ਼ਡ ਟੂ ਅਮੈਂਡ ਦਾ ਸ਼ਡਿਊਲ ਆਫ ਸਾਈਕੋਟ੍ਰੋਪਿਕ ਸਬਸਟਾਂਸਿਸ। ਕੋਈ ਨਵੀਂ ਡਰੱਗ ਆਉਂਦੀ ਆ ਤਾਂ ਉਸ ਨੂੰ ਆਪਾਂ ਅਮੈਂਡ ਕਰਦੇ ਹਾਂ। ਕੋਈ ਪੁਰਾਣੀ ਡਰੱਗ ਕੱਢਣੀ ਆ ਜਿਹੜੀ ਆਪਾਂ ਨੂੰ ਸੇਫ ਲੱਗਦੀ ਆ ਤਾਂ ਉਸ ਨੂੰ ਆਪਾਂ ਗੌਰਮੈਂਟ ਦੇ ਮੁਤਾਬਕ ਸੈਂਟਰਲ ਗੌਰਮੈਂਟ ਹੀ ਉਸ ਨੂੰ ਕੱਢ ਸਕਦੀ ਆ। ਓਕੇ, ਥੈਂਕ ਯੂ ਸਟੂਡੈਂਟਸ, ਥੈਂਕ ਯੂ ਵੈਰੀ ਮਚ।